तो जिया सैक्स वर्कर ਦਾ ਕੰਮ ਕਰਦੇ ਨੇ जी ਅਸੀਂ ਜਿਵੇਂ ਕਹਿ ਲਓ ਸੈਪਰੇਟਲੀ ਕਰਦੇ ਹਾਂ, ਜਿੱਦਾਂ ਮਤਲਬ ਇੱਕਦਮ ਪ੍ਰਾਈਵੇਟ ਤਰੀਕੇ ਨਾਲ ਹੀ ਕਰਦੇ ਹਾਂ ਜਿੱਦਾਂ ਮਰਜ਼ੀ, ਪਰ ਆਪਾਂ ਜ਼ਿਆਦਾ ਓਪਨ ਦੇ ਵਿੱਚ ਨਹੀਂ ਕਰਕੇ। ਯਾਨੀ ਕਿ ਪਹਿਲੇ ਮੈਂ ਜਾਗਰਣ ਦੇ ਕੰਮ ਕਰਦੀ ਸੀ, ਉਸ ਤੋਂ ਬਾਅਦ ਫਿਰ ਮੈਂ ਨਕਲਾਂ ਦੇ ਕੰਮ ਕਰਨੇ ਸ਼ੁਰੂ ਕੀਤੇ, ਜਿਹਦੇ ਵਿੱਚ ਡਾਂਸ ਪ੍ਰੋਗਰਾਮ ਦਿਖਾਏ ਜਾਂਦੇ ਸੀਗੇ, ਜਿੱਦਾਂ ਮੇਲੇ ਵਿੱਚ ਪੀਰਾਂ ਫਕੀਰਾਂ ਦੇ ਮੇਲੇ ਦੇ ਵਿੱਚ, ਯਾਨੀ ਕਿ ਉੱਥੇ ਨੱਚਿਆ ਜਾਂਦਾ, ਇੱਕ ਗਰੁੱਪ ਆ ਕੇ ਨੱਚਿਆ ਜਾਂਦਾ ਸੀਗਾ। ਬਟ ਉਸ ਤੋਂ ਬਾਅਦ ਜਦੋਂ ਲੋਕਡਾਊਨ ਹੋ ਗਿਆ ਸੀਗਾ, ਉਸ ਦਾ ਸਾਨੂੰ ਬਹੁਤ ਹੀ ਬੁਰਾ ਅਸਰ ਪਿਆ ਸਾਡੇ 'ਤੇ। ਮਜਬੂਰੀਆਂ ਹੈਗੀਆਂ ਸੀ ਕਿ ਮੈਂ ਆਪਣੇ ਫਾਦਰ ਸਾਹਿਬ ਬਚਪਨ ਤੋਂ ਨਹੀਂ ਦੇਖੇ, ਅਤੇ ਕਾਫੀ ਛੋਟੇ ਸੀ, ਇੱਕ 1.5 ਈਅਰਸ ਮਤਲਬ ਯਾਨੀ ਕਿ 1.5 ਸਾਲ ਦੀ ਸੀ ਮੈਂ, ਅਤੇ ਪਾਪਾ ਦੀ ਹੋ ਗਈ ਸੀ ਡੈਥ ਹਾਰਟ ਅਟੈਕ ਦੇ ਨਾਲ, ਅਤੇ ਉਹਦੇ ਜ਼ਰੀਏ ਮੈਨੂੰ ਆਪਣੀ ਸਟੱਡੀ ਛੱਡਣੀ ਪਈ, ਯਾਨੀ ਕਿ ਮੈਂ 7ਵੀਂ ਤੱਕ ਪੜ੍ਹੀ। ਜਾਂ ਕਦੇ ਪੜ੍ਹਨ ਨੂੰ ਦਿਲ ਨਹੀਂ ਕੀਤਾ, ਜਾਂ ਕਦੇ ਕਿਸੇ ਨੇ ਕਿਹਾ ਹੋਵੇ ਤਾਂ ਪਹਿਲ ਨਾ ਕੀਤੀ ਹੋਵੇ? ਜੀ ਗੱਲ ਤਾਂ ਤੁਸੀਂ ਬਹੁਤ ਵਧੀਆ ਪੁੱਛ ਲਈ। ਪੜ੍ਹਨ ਦਾ ਤਾਂ ਮੇਰਾ ਅੱਜ ਵੀ ਬਹੁਤ ਦਿਲ ਕਰਦਾ ਹੈ ਕਿ ਮੈਂ ਪੜ੍ਹਾਂ, ਮੈਂ ਲਿਖਾਂ, ਮੈਂ ਕੁਛ ਬਣਾ, ਬਟ ਇੱਕ ਘਰ ਦੀ ਮਜਬੂਰੀਆਂ ਕਰਕੇ ਮੈਂ ਨਹੀਂ ਪੜ੍ਹ ਸਕਦੀ। ਹੁਣ ਆਪਾਂ ਜਦੋਂ ਸੈਕਸ ਵਰਕ ਕਰਦੇ ਹੋਈਏ ਨਾ, ਅਤੇ ਹੁਣ ਕਈ ਮੌਕੇ ਅਸੀਂ ਹੁਣ ਕਿੱਦਾਂ ਸਮਝਾਇਆ ਜਾਵੇ, ਆਪਾਂ ਕਸਟਮਰ ਦਾ ਕੰਮ ਨਹੀਂ ਕਰਵਾ ਪਾਉਂਦੇ, ਪਰ ਉਹ ਕਸਟਮਰ ਫਿਰ ਬਾਅਦ 'ਚ ਟੁੱਟ ਕੇ ਪੈਂਦਾ ਸਾਨੂੰ ਕਿ ਵੀ ਤੁਸੀਂ ਸਾਡਾ ਕੰਮ ਨਹੀਂ ਕਰਵਾ, ਸਾਡੇ ਜਦੋਂ ਪੈਸੇ ਵਾਪਸ ਦਿਓ, ਤੁਸੀਂ ਪੈਸੇ ਨਾ ਵਾਪਸ ਦੇਈਏ ਫਿਰ ਸਾਨੂੰ ਮਾਰਨ ਨੂੰ ਪੈਂਦੇ। ਉਹਨਾਂ ਨੇ ਤੁਹਾਨੂੰ ਕਦੇ ਇੱਦਾਂ ਦਾ ਮਤਲਬ ਮਾਰ ਕੁਟਾਈ ਕੀਤੀ ਹੋਵੇ ਤੇ ਤੁਹਾਡਾ ਦਿਲ ਕਰੇ ਕਿ ਨਹੀਂ ਬਸ ਮਤਲਬ ਕਿ ਮੇਰੀ ਕੀ ਲਾਈਫ ਆ, ਕੁਛ ਇੱਦਾਂ ਦਾ ਕੁਛ ਸੀਨ ਹੋਵੇ ਜਿਹੜਾ ਇੰਸੀਡੈਂਟ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੀ ਆਡੀਅנס ਦੇ ਨਾਲ? ਪੈਸੇ ਕਾਫੀ ਸਾਡੇ ਕੋਲ ਮਤਲਬ ਖਾਂਦੇ ਸੀਗੇ, ਜਿੰਨਾ ਮਤਲਬ ਇੱਕ ਵਾਰ ਸਾਡੀ ਲਾਈਫ ਦੇ ਵਿੱਚ ਕਈ ਵਾਰੀ ਚਾਂਸ ਹੋਇਆ ਕਿ ਸਾਡੀ ਲਾਈਫ 'ਚ ਮੁੰਡੇ ਆ ਕੇ ਸਾਨੂੰ ਮਤਲਬ ਕਹਿੰਦੇ ਕਿ ਸਾਨੂੰ ਦੁੱਗਣੀ ਮਿਹਨਤ ਕਰੋ, ਸਾਨੂੰ ਖਵਾਓ ਪਿਲਾਓ, ਬਟ ਜੇ ਕਦੇ ਹੱਥ ਚੱਕਣ ਦੀ ਗੱਲ ਹੁੰਦੀ ਸੀ, ਵੀ ਹੱਥ ਚੱਕਣ ਦੇ ਸੀ ਆਪ ਉਹਨਾਂ ਦੀ ਆਵਾਜ਼ ਚੱਕਦੇ ਸੀ ਕਿ ਹਾਂ ਵੀ ਸਾਡੇ ਤੋਂ ਹੱਥ ਨਹੀਂ ਚੱਕ ਸਕਦਾ। ਕਿਉਂ? ਕਿਉਂਕਿ ਅਸੀਂ ਤੁਹਾਡਾ ਲੈ ਕੇ ਨਹੀਂ ਖਾਂਦੇ, ਖੁਦ ਅਸੀਂ ਆਪਣਾ ਆਪ ਕਮਾਉਂਦੇ, ਅਸੀਂ ਆਪਣਾ ਜਿਸਮ ਵੇਚ ਕੇ ਖਾਂਦੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਨਵੇਂ ਸਾਲ ਦੇ ਵਿੱਚ ਨਵੀਆਂ ਗੱਲਾਂ, ਨਵੀਆਂ ਅਣਸੁਣੀਆਂ ਆਵਾਜ਼ਾਂ ਨੂੰ ਲੈ ਕੇ ਤੁਹਾਡੇ ਰੂਬਰੂ ਹਾਂ ਅਨਹਰਡ ਵੌਇਸਿਸ ਦੇ ਇਸ ਨਵੇਂ ਐਪੀਸੋਡ ਦੇ ਵਿੱਚ, ਜੋ ਕਿ ਹੋਟ ਨਿਊਜ਼ ਇੰਡੀਆ ਤੇ ਸ਼ਾਨ ਫਾਊਂਡੇਸ਼ਨ ਦਾ ਮਿਲ ਕੇ ਲਿੱਤਾ ਹੋਇਆ ਇੱਕ ਬੜਾ ਅੱਛਾ ਐਫਰਟ ਹੈ। ਸਭ ਨੂੰ ਪਹਿਲਾਂ ਤਾਂ ਨਵੇਂ ਵਰ੍ਹੇ ਵਿੱਚ ਪਹਿਲਾ ਨਵਾਂ ਐਪੀਸੋਡ ਹੈ, ਅਤੇ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ। ਅਤੇ ਮੈਂ ਤੁਹਾਡਾ ਆਪਣਾ ਦੋਸਤ, ਆਪਣਾ ਹੋਸਟ ਚਾਹਤ, ਅਤੇ ਜਿਵੇਂ ਤੁਸੀਂ ਮੇਰੇ ਬਾਰੇ ਤਾਂ ਜਾਣਦੇ ਹੀ ਹੋ, ਪਰ ਮੈਂ ਅੱਜ ਇੱਕ ਬੜੇ ਹੀ ਗੰਭੀਰ ਮੁੱਦੇ ਨੂੰ ਜਿਵੇਂ ਕਿ ਲੈ ਕੇ ਆਇਆ ਤੁਹਾਡੇ ਸਾਹਮਣੇ। ਆਪਾਂ ਹਮੇਸ਼ਾ ਉਹਨਾਂ ਵੱਲ ਨੈਗੇਟਿਵ ਤਰੀਕੇ ਨਾਲ ਵੇਖਿਆ ਹੈ, ਨੈਗੇਟਿਵ ਅਪਰੋਚ ਕੀਤੀ ਹੈ। ਤਾਂ ਮੈਂ ਗੱਲ ਇੱਥੇ ਜ਼ਿਆਦਾ ਨਹੀਂ ਬੋਲਾਂਗਾ, ਪਰ ਮੈਂ ਹਮੇਸ਼ਾ ਹੀ ਤੁਹਾਨੂੰ ਪਤਾ LGBT ਕਮਿਊਨਿਟੀ ਦੇ ਲਈ ਅਸੀਂ ਕੰਮ ਕਰਦੇ ਹਾਂ, ਅਤੇ LGBT ਕਮਿਊਨਿਟੀ ਦੇ ਵੱਖ-ਵੱਖ ਬੁਲਾਰਿਆਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਅਤੇ ਅੱਜ ਵੀ ਮੈਂ ਰੂਬਰੂ ਕਰਵਾਉਣ ਜਾ ਰਿਹਾ ਜੀਆ ਨੂੰ। ਜੀਆ ਜਿਹੜੀ ਕਿ ਇੱਕ ਟਰਾਂਸ ਵੂਮੈਨ ਹੈ, ਅਤੇ ਜੀਆ ਕੀ ਕਿੱਤਾ ਕਰਦੀ ਹੈ, ਕਿਵੇਂ ਕਰਦੀ ਹੈ, ਅੱਜ ਉਹ ਆਪਣੀ ਜ਼ੁਬਾਨੀ ਹੀ ਦੱਸੇਗੀ। ਅਤੇ ਜੀਆ ਦੀ ਕਹਾਣੀ, ਜੀਆ ਦੀ ਜ਼ੁਬਾਨੀ, ਅਤੇ ਮੈਂ ਤੁਹਾਡਾ ਫਿਰ ਇੱਕ ਵਾਰੀ ਬਹੁਤ ਸਵਾਗਤ ਕਰਦਾ। ਬਣੇ ਰਹੋ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ। ਅਤੇ ਜੀਆ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਹੋਟ ਨਿਊਜ਼ ਇੰਡੀਆ ਦੇ ਨਵੇਂ ਸ਼ੋਅ ਦੇ ਵਿੱਚ। ਨਮਸਤੇ, ਰਾਧੇ ਰਾਧੇ, ਜੈ ਮਾਤਾ ਦੀ। ਹਾਂਜੀ, ਅਤੇ ਇਹ ਸਾਡੀ ਜੀਆ ਹੈ। ਜੀਆ ਜੀ, ਤੁਸੀਂ ਆਪਣੇ ਬਾਰੇ ਕੁਝ ਦੱਸਣਾ ਚਾਹੋਗੇ ਕਿ ਤੁਸੀਂ ਕੀ ਕੰਮ ਕਰਦੇ ਹੋ, ਕੀ ਤੁਹਾਡਾ ਕਿੱਤਾ ਹੈ, ਕਿਵੇਂ ਤੁਹਾਡਾ ਗੁਜ਼ਾਰਾ ਚੱਲਦਾ ਹੈ, ਅਤੇ ਕਿੰਨਾ ਤੁਸੀਂ ਮਤਲਬ ਕੀ ਕਮਾ ਲੈਂਦੇ ਹੋ ਉਸ ਕਿੱਤੇ? ਜੀ ਮੈਂ ਇੱਕ ਸੈਕਸ ਵਰਕਰ ਹਾਂ, ਬਿਕੋਜ਼ ਮੇਰਾ ਨਾਮ ਜੀਆ ਖਾਨ ਹੈ, ਸੋ ਜਲੰਧਰ ਸਿਟੀ ਲੰਮਾ ਪਿੰਡ ਚੌਂਕ ਤੋਂ। ਸੋ ਮੈਂ ਇੱਕ ਸੈਕਸ ਵਰਕਰ ਹਾਂ, ਮੈਨੂੰ ਘੱਟੋ ਘੱਟ ਨਹੀਂ ਤਾਂ 3 ਸਾਲ ਹੋ ਚੱਲਿਆ ਮੈਨੂੰ ਇਹ ਵਰਕ ਕਰਦੇ ਨਾ। ਫਰਕ ਪਿਆ ਸੀ ਸਿਰਫ ਇੱਕ ਲੋਕਡਾਊਨ ਕਰਕੇ। ਜਦੋਂ ਇਹ ਲੋਕਡਾਊਨ ਹੋਇਆ ਸੀ, ਉਦੋਂ ਸਾਡੇ ਹੱਥ ਵਿੱਚ ਬਹੁਤ ਜ਼ਿਆਦਾ ਤੰਗੀ ਆ ਗਈ ਸੀ। ਤੋ ਜੀਆ ਸੈਕਸ ਵਰਕਰ ਦਾ ਕੰਮ ਕਰਦੇ ਨੇ ਜੀ, ਤੇ ਅੱਜ ਅਸੀਂ ਗਰਾਊਂਡ ਰਿਐਲਿਟੀ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਸੈਕਸ ਵਰਕ ਦੇ ਕੰਮ ਨੂੰ ਬੜੇ ਹੀ ਲੋਕ ਮਤਲਬ ਮੈਨੂੰ ਬੜੇ ਸਵਾਲ ਆਉਂਦੇ ਨੇ ਕਿ ਸੈਕਸ ਵਰਕ ਕਰਦੇ ਨੇ। ਤੇ ਜੀਆ, ਮੈਂ ਤੁਹਾਨੂੰ ਪੁੱਛਣਾ, ਤੁਸੀਂ ਸੈਕਸ ਵਰਕ ਕਿੱਥੇ ਕਰਦੇ ਹੋ ਅਤੇ ਕਿਵੇਂ? ਅਤੇ ਮਤਲਬ ਜਾਂ ਤੁਸੀਂ ਕਿਤੇ ਰੂਮ 'ਚ ਕਰਦੇ ਹੋ, ਜਾਂ ਕਿਤੇ ਓਪਨ ਏਰੀਆ 'ਚ ਕਰਦੇ ਹੋ, ਜਾਂ ਕਿੱਥੇ ਤੁਸੀਂ ਕਰ ਰਹੇ ਹੋ? ਜੀ ਅਸੀਂ ਜਿਵੇਂ ਕਹਿ ਲਓ ਸੈਪਰੇਟਲੀ ਕਰਦੇ ਹਾਂ, ਜਿੱਦਾਂ ਮਤਲਬ ਇੱਕਦਮ ਪ੍ਰਾਈਵੇਟ ਤਰੀਕੇ ਨਾਲ ਹੀ ਕਰਦੇ ਹਾਂ ਜਿੱਦਾਂ ਮਰਜ਼ੀ, ਪਰ ਆਪਾਂ ਜ਼ਿਆਦਾ ਓਪਨ ਦੇ ਵਿੱਚ ਨਹੀਂ ਕਰਕੇ। ਅਤੇ ਜੀ ਸੈਕਸ ਵਰਕ ਨੂੰ ਹੀ ਕਿਉਂ ਤੁਸੀਂ ਆਪਣਾ ਕਿੱਤਾ ਬਣਾਇਆ? ਤੁਸੀਂ ਮਤਲਬ ਕੋਈ ਹੋਰ ਕੰਮ ਵੀ ਕਰਦੇ ਸੀ ਪਹਿਲਾਂ, ਜਾਂ ਤੁਸੀਂ ਸ਼ੁਰੂ ਤੋਂ ਹੀ ਸੈਕਸ ਵਰਕ ਹੀ ਕੀਤਾ? ਜੀ ਮੇਰੀ ਸ਼ੁਰੂਆਤ ਹੋਈ ਸੀ ਜਾਗਰਣ ਤੋਂ, ਯਾਨੀ ਕਿ ਪਹਿਲੇ ਮੈਂ ਜਾਗਰਣ ਦੇ ਕੰਮ ਕਰਦੀ ਸੀ, ਉਸ ਤੋਂ ਬਾਅਦ ਫਿਰ ਮੈਂ ਨਕਲਾਂ ਦੇ ਕੰਮ ਕਰਨੇ ਸ਼ੁਰੂ ਕੀਤੇ, ਜਿਹਦੇ ਵਿੱਚ ਡਾਂਸ ਪ੍ਰੋਗਰਾਮ ਦਿਖਾਏ ਜਾਂਦੇ ਸੀਗੇ, ਜਿੱਦਾਂ ਮੇਲੇ ਵਿੱਚ ਪੀਰਾਂ ਫਕੀਰਾਂ ਦੇ ਮੇਲੇ ਦੇ ਵਿੱਚ, ਯਾਨੀ ਕਿ ਉੱਥੇ ਨੱਚਿਆ ਜਾਂਦਾ, ਇੱਕ ਗਰੁੱਪ ਆ ਕੇ ਨੱਚਿਆ ਜਾਂਦਾ ਸੀਗਾ। ਬਟ ਉਸ ਤੋਂ ਬਾਅਦ ਜਦੋਂ ਲੋਕਡਾਊਨ ਹੋ ਗਿਆ ਸੀਗਾ, ਉਸ ਦਾ ਸਾਨੂੰ ਬਹੁਤ ਹੀ ਬੁਰਾ ਅਸਰ ਪਿਆ ਸਾਡੇ 'ਤੇ।
ਮਤਲਬ ਲੋਕਡਾਊਨ ਤੋਂ ਬਾਅਦ ਤੁਸੀਂ ਸੈਕਸ ਵਰਕ ਦੇ ਵਿੱਚ ਆਏ। ਮਤਲਬ ਕੋਵਿਡ-19 ਦੇ ਜਿਹੜਾ ਪਹਿਲਾ ਫੇਸ ਸੀ, ਉਸ ਫੇਸ ਦੌਰਾਨ ਜਿੱਥੇ ਲੋਕਾਂ ਦੇ ਵਿੱਚ ਕਿੰਨਾ ਡਰ ਸੀ, ਉੱਥੇ ਇਹਨਾਂ ਲੋਕਾਂ ਦੇ ਅਰਨਿੰਗ ਸੋਰਸ ਬੰਦ ਹੋਣ ਕਰਕੇ ਇਹਨਾਂ ਨੇ ਸੈਕਸ ਵਰਕ ਨੂੰ ਆਪਣਾ ਕਿੱਤਾ ਚੁਣਿਆ। ਤੇ ਜੀ ਮੈਂ ਤੁਸੀਂ ਪੜ੍ਹੇ ਕਿੰਨਾ ਕੁ ਹੋ ਜੇ ਆਪਾਂ ਦੱਸਣਾ ਚਾਹੀਏ ਤੇ? ਜੀ ਮਜਬੂਰੀਆਂ ਇੰਨੀਆਂ ਸੀ ਕਿ ਮੈਂ ਆਪਣੇ ਫਾਦਰ ਸਾਹਿਬ ਬਚਪਨ ਤੋਂ ਨਹੀਂ ਦੇਖੀ, ਤੇ ਕਾਫੀ ਛੋਟੇ ਸੀ, ਇੱਕ 1.5 years ਮਤਲਬ ਯਾਨੀ ਕਿ 1.5 ਸਾਲ ਦੀ ਸੀ ਮੈਂ, ਤੇ ਪਾਪਾ ਦੀ ਹੋ ਗਈ ਸੀ ਡੈਥ ਹਾਰਟ ਅਟੈਕ ਦੇ ਨਾਲ, ਤੇ ਉਹਦੇ ਜ਼ਰੀਏ ਫਿਰ ਮੈਨੂੰ ਆਪਣੀ ਸਟੱਡੀ ਛੱਡਣੀ ਪਈ, ਯਾਨੀ ਕਿ ਮੈਂ 7ਵੀਂ ਤੱਕ ਪੜ੍ਹੀ, ਇਸ ਤੋਂ ਜ਼ਿਆਦਾ ਨਹੀਂ। ਸਿਰਫ 7 ਸਾਲ? ਕੀ ਕਦੇ ਕਿਸੇ ਨੇ ਪੜ੍ਹਨ ਵਾਸਤੇ ਨਹੀਂ ਕਿਹਾ, ਜਾਂ ਕਦੇ ਪੜ੍ਹਨ ਨੂੰ ਦਿਲ ਨਹੀਂ ਕੀਤਾ, ਜਾਂ ਕਦੇ ਕਿਸੇ ਨੇ ਕਿਹਾ ਹੋਵੇ ਤਾਂ ਪਹਿਲ ਨਾ ਕੀਤੀ ਹੋਵੇ? ਜੀ ਗੱਲ ਤਾਂ ਤੁਸੀਂ ਬਹੁਤ ਵਧੀਆ ਪੁੱਛ ਲਈ। ਪੜ੍ਹਨ ਦਾ ਤਾਂ ਮੇਰਾ ਅੱਜ ਵੀ ਬਹੁਤ ਦਿਲ ਕਰਦਾ ਹੈ ਕਿ ਮੈਂ ਪੜ੍ਹਾਂ, ਮੈਂ ਲਿਖਾਂ, ਮੈਂ ਕੁਝ ਬਣਾ, ਬਟ ਇੱਕ ਘਰ ਦੀ ਮਜਬੂਰੀਆਂ ਕਰਕੇ ਮੈਂ ਨਹੀਂ ਪੜ੍ਹ ਸਕਦੀ। ਕਿਉਂਕਿ ਘਰ ਵਿੱਚ ਕਮਾਉਣ ਵਾਲਾ ਕੋਈ ਹੋਰ ਹੈ ਨਹੀਂ, ਸਿਰਫ ਮੇਰੇ ਇਕੱਲੇ ਦੇ ਸਿਰ ਤੇ ਹੀ ਘਰ ਚੱਲਦਾ ਹੈ। ਤੋ ਜਿਵੇਂ ਤੁਸੀਂ ਦੇਖਿਆ ਕਿ ਪੜ੍ਹਾਈ ਲਈ ਪਹਿਲ ਕਦਮੀ ਕਰਨ ਨੂੰ ਟਰਾਂਸਜੈਂਡਰ ਸਮੁਦਾਇ ਤਿਆਰ ਹੈ, ਪਰ ਪੜ੍ਹਾਈ ਕੀਤੀ ਨਹੀਂ ਜਾ ਰਹੀ। ਉਹਦਾ ਕਾਰਨ ਕੀ ਹੈ? ਘਰ ਦੀਆਂ ਮਜਬੂਰੀਆਂ, ਘਰ ਦੇ ਇਹੋ ਜਿਹੇ ਹਾਲਾਤ ਕਿ ਉਹਨਾਂ ਦਾ ਸਾਰਾ ਜਿਹੜਾ ਕੰਮ ਹੈ ਕਿ ਉਹਨਾਂ 'ਤੇ ਹੀ ਸਾਰਾ ਘਰ ਦਾ ਖਰਚਾ ਡਿਪੈਂਡ ਹੈ। ਤੇ ਜੀ ਮੇਰਾ ਇੱਕ ਤੁਹਾਨੂੰ ਹੋਰ ਸਵਾਲ ਹੈ ਕਿ ਜਿਵੇਂ ਤੁਸੀਂ ਇਸ ਕਿੱਤੇ ਨੂੰ ਚੁਣਿਆ, ਕਿ ਕਦੇ ਦਿਲ ਨਹੀਂ ਕਰਦਾ, ਕਦੇ ਮਨ 'ਚ ਕਦੇ ਅੰਤਰਾਤਮਾ ਹੁੰਦਾ ਨਹੀਂ ਕਿ ਸ਼ਾਇਦ ਮੈਂ ਆਪਣਾ ਜਿਸਮ ਵੇਚ ਕੇ ਪੈਸੇ ਕਮਾ ਰਹੀ ਹਾਂ ਤੇ ਸ਼ਾਇਦ ਮੈਂ ਕਿਧਰੇ ਮਤਲਬ ਮੈਂ ਕੋਈ ਹੋਰ ਕਿੱਤਾ ਅਪਣਾ ਲਵਾਂ ਜਾਂ ਕੁਛ ਇਸ ਤਰ੍ਹਾਂ? ਜੀ ਇਹ ਵੀ ਗੱਲ ਦਾ ਮੈਂ ਜਵਾਬ ਦੇਵਾਂਗੀ। ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਕੋਈ ਅੱਛੀ ਜੌਬ ਕਰਾਂ ਜਿਹਦੇ ਵਿੱਚ ਮੈਨੂੰ ਅੱਛੀ ਸੈਲਰੀ ਮਿਲਦੀ ਹੋਵੇ, ਯਾਨੀ ਕਿ ਮੈਂ ਕੋਈ ਮੰਥਲੀ ਸੈਲਰੀ ਵਾਲੀ ਕੋਈ ਐਸੀ ਜੌਬ ਕਰਾਂ। ਮੇਰਾ ਨਹੀਂ ਦਿਲ ਕਰਦਾ ਇਹ ਕੰਮ ਕਰਨ, ਪਰ ਕੀ ਕਰੇ, ਮਜਬੂਰੀ ਹੈ, ਕਿਉਂਕਿ ਸਾਨੂੰ ਕੋਈ ਜੌਬ ਦਿੰਦਾ ਨਹੀਂ ਆ। ਜੇ ਸਾਨੂੰ ਜੌਬ ਮਿਲਦੀ ਵੀ ਸਾਡਾ ਫਿਰ 8 ਜਾਂ 10 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੁੰਦਾ, ਕਿਉਂ ਸਾਡੇ ਘਰ ਦੇ ਖਰਚੇ, ਕੁਝ ਮੇਰੀ ਮੰਮੀ ਦਾ ਟ੍ਰੀਟਮੈਂਟ ਹਰ ਹਫਤੇ ਚੱਲਦਾ ਹੈ, ਸੋ ਉਹਦੇ ਕਰਕੇ ਤੇ ਮੈਨੂੰ ਮਤਲਬ ਕਿ ਕਹਿ ਲਓ ਜਿੱਦਾਂ 10,000 ਦੇ ਨਾਲ ਬਿਲਕੁਲ ਫਰਕ ਨਹੀਂ ਪੈਂਦਾ, ਮਤਲਬ ਕਿ ਜ਼ਿਆਦਾ ਫਰਕ ਨਹੀਂ ਪੈਂਦਾ, ਯਾਨੀ ਕਿ ਸਾਡਾ ਗੁਜ਼ਾਰਾ ਨਹੀਂ ਹੁੰਦਾ। ਸਾਨੂੰ ਵੱਧ ਤੋਂ ਵੱਧ ਜ਼ਿਆਦਾ ਨਹੀਂ ਤਾਂ 25 ਤੋਂ 30 ਹਜ਼ਾਰ ਸੈਲਰੀ ਹੋਣੀ ਚਾਹੀਦੀ, ਫਿਰ ਜਾ ਕੇ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਹੈ। ਤਾਂ ਪੜ੍ਹਾਈ ਵੀ ਨਹੀਂ ਹੈ, ਸੈਲਰੀ ਦੀ ਡਿਮਾਂਡ ਵੀ ਹੈ, ਕਿਉਂਕਿ ਘਰ ਦੇ ਖਰਚੇ ਵੀ ਇੰਨੇ ਕੁ ਨੇ ਕਿ ਜਿਨ੍ਹਾਂ ਦੇ ਘਰ ਸਾਰਾ ਡਿਪੈਂਡ ਉਹਨਾਂ 'ਤੇ ਹੈ ਉਹਨਾਂ ਨੂੰ। ਤੇ ਮੈਂ ਇੱਕ ਜਿਵੇਂ ਤੁਹਾਨੂੰ ਲੋਕ ਮਿਲਦੇ ਨੇ, ਮਤਲਬ ਕਿ ਤੁਹਾਨੂੰ ਵੰਨ ਸਵੰਨੇ ਲੋਕ ਮਿਲਦੇ ਨੇ, ਹਨਾ, ਵੰਨ ਸਵੰਨੇ ਲੋਕ ਮਿਲਦੇ ਨੇ, ਉਹਨਾਂ ਦੇ ਵੰਨ ਸਵੰਨੀਆਂ ਗੱਲਾਂ ਹੁੰਦੀਆਂ ਹੋਣੀਆਂ। ਕਿ ਤੁਹਾਨੂੰ ਕਦੇ ਜਿੱਦਾਂ ਤੁਸੀਂ ਇਸ ਗੈਟਅਪ 'ਚ ਹੋਣੀਆਂ, ਤੁਹਾਨੂੰ ਇਸ ਗੈਟਅਪ ਕਰਕੇ ਕਦੇ ਲੋਕਾਂ ਨੇ ਕੋਈ ਟੀਚਰ ਮਾਰੀ ਹੋਵੇ ਜਾਂ ਕਦੇ ਕੁਛ ਇੱਦਾਂ ਦਾ ਗਲਤ ਕਿਹਾ ਹੋਵੇ ਜਿਹੜਾ ਕਿ ਲੱਗੇ ਕਿ ਨਹੀਂ ਮੈਂ ਮਤਲਬ ਕਿ ਨਹੀਂ ਯਾਰ ਮੈਂ ਮਤਲਬ ਕਿ ਮੇਰੀ ਜ਼ਿੰਦਗੀ ਕੁਝ ਨਹੀਂ ਹੈ? ਜੀ ਇਸ ਗੱਲ ਦਾ ਮੈਂ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਊਂਗਾ। ਲੋਕਾਂ ਦੀ ਗੱਲਾਂ ਵੈਸੇ ਸੁਣਨ ਨੂੰ ਤਾਂ ਬਹੁਤ ਕੁਝ ਮਿਲਦਾ, ਤੇ ਕੋਈ ਸਾਨੂੰ ਕੋਈ ਚੰਗੀ ਨਿਗਾਹ ਨਾਲ ਦੇਖਦਾ ਤੇ ਕੋਈ ਸਾਨੂੰ ਬੁਰੀ ਨਿਗਾਹ ਨਾਲ ਦੇਖਦਾ, ਯਾਨੀ ਕਿ ਚੰਗੀ ਨਿਗਾਹ ਨਾਲ ਸਿਰਫ ਉਹੀ ਇਨਸਾਨ ਦੇਖਦਾ ਜਿਹੜੇ 100 ਵਿੱਚੋਂ 10% ਚੰਗੇ ਹੋਣਗੇ, ਬਾਕੀ 90% ਤਾਂ ਸਾਨੂੰ ਸਿਰਫ ਕੋਈ ਹਿਜੜਾ, ਕੋਈ ਛੱਕਾ, ਕੋਈ ਕੁਛ ਐਨੀਥਿੰਗ ਐਲਸ ਬਹੁਤ ਕੁਝ ਬੋਲਦੇ ਨੇ, ਬਟ ਅਸੀਂ ਉਹਨਾਂ ਦੀ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ, ਯਾਨੀ ਕਿ ਅਸੀਂ ਇਗਨੋਰ ਕਰ ਦਿੰਦੇ ਉਹਨਾਂ ਨੂੰ, ਕਿ ਅਸੀਂ ਉਹਨਾਂ ਦੀ ਗੱਲਾਂ ਵੱਲ ਧਿਆਨ ਨਾ ਦੇ ਕੇ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਸਾਡੀ ਪਿੱਛੇ ਫੈਮਿਲੀ ਬੈਠੀ ਹੈ, ਆਪਾਂ ਫੈਮਿਲੀ ਦੇ ਕਰਕੇ ਹੀ ਅਸੀਂ ਅੱਗੇ ਤੋਂ ਅੱਗੇ ਸਟਰਗਲ ਕਰਦੇ ਆ ਰਹੇ ਹਾਂ। ਤੋ ਫੈਮਿਲੀ ਦੇ ਕਰਕੇ ਜੀਆ ਨੇ ਇੱਕ ਕਿੱਤਾ ਅਪਣਾਇਆ। ਜੀਆ ਦਾ ਪੁਰਾਣਾ ਜਿਹੜਾ ਕਿੱਤਾ ਸੀ ਜਾਗਰਣ ਵਿੱਚ ਝਾਂਕੀਆਂ ਕਰਦੀ ਸੀ, ਨਕਲਾਂ ਕਰਦੀ ਸੀ, ਪਰ ਲੋਕਡਾਊਨ ਨੇ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ, ਬੜੇ ਹੀ ਗੰਦੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਕਿ ਉਹਨੂੰ ਕਿਤੇ ਜੌਬ ਦੀ ਆਪਸ਼ਨ ਨਹੀਂ ਲੱਭੀ ਤੇ ਉਹ ਸੈਕਸ ਵਰਕਰ ਬਣ ਗਈ। ਤੇ ਜਿਵੇਂ ਮੈਂ ਤੁਹਾਨੂੰ ਪੁੱਛਾਂ ਕਿ ਜਿਵੇਂ ਕਿ ਮੈਂ ਅੱਜ ਕੱਲ੍ਹ ਥੋੜ੍ਹੇ ਦਿਨ ਪਹਿਲਾਂ ਕਿਸੇ ਪੱਤਰਕਾਰ ਨੇ ਇੱਕ ਸ਼ੂਟ ਵੀ ਕੀਤਾ ਸੀ ਕਿ ਬੱਸ ਸਟੈਂਡ ਦੇ ਲਾਗੇ ਕੁਝ ਜਿਹੜੇ ਕਿ ਸ਼ਰਾਰਤੀ ਅਨਸਰ ਕਿਹਾ, ਉਹਨਾਂ ਨੇ ਬੜਾ ਕੁਝ ਕਿਹਾ, ਪਰ ਮੈਂ ਵੀ ਬੀਇੰਗ ਕਮਿਊਨਿਟੀ ਮੈਂਬਰ, ਮੈਂ ਕਮਿਊਨਿਟੀ ਨਾਲ ਕੰਮ ਕਰਦਾ ਹਾਂ, ਮੈਂ ਉਸ ਸੱਚਾਈ ਨਾਲ ਤੁਹਾਨੂੰ ਸ਼ਾਇਦ ਵਾਕਫ ਕਰਵਾਉਣਾ ਚਾਹਾਂਗਾ ਕਿ ਕਦੇ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣਾ ਜਿਸਮ ਵੇਚ ਕੇ ਪੈਸਾ ਕਮਾਓ। ਆਪਾਂ ਆਪਣੇ ਜਿਹੜੇ ਕੱਪੜੇ ਆ ਉਹ ਹਰ ਇੱਕ ਅੱਗੇ ਤਾਂ ਉਤਾਰ ਨਹੀਂ ਸਕਦੇ, ਤੇ ਜੇ ਉਤਾਰਦੇ ਆ ਤਾਂ ਸਾਡੀਆਂ ਕਿੰਨੀਆਂ ਮਜਬੂਰੀਆਂ ਹੋਣਗੀਆਂ। ਇਹ ਮਜਬੂਰੀਆਂ ਅਸੀਂ ਜੀਆ ਕੋਲੋਂ ਪੁੱਛਣਾ ਚਾਹਾਂਗੇ ਕਿ ਜੀਆ ਨੇ ਆਪਣੀ ਮਜਬੂਰੀ ਤਾਂ ਦੱਸੀ, ਪਰ ਬਾਕੀਆਂ ਦੀ ਵੀ ਮਜਬੂਰੀਆਂ ਕੁਛ ਅਜਿਹੀਆਂ ਹੀ ਹੋਣਗੀਆਂ ਜੇ ਅਸੀਂ ਉਹਨਾਂ ਦੇ ਕੋਲ ਜਾਈਏ। ਤੇ ਮੇਰੀ ਗੁਜ਼ਾਰਿਸ਼ ਹੈ ਕਿ ਉਹਨਾਂ ਨੂੰ, ਪੱਤਰਕਾਰਾਂ ਨੂੰ ਵੀ ਜਾਂ ਸਭ ਨੂੰ ਵੀ, ਕਿ ਕਿਸੇ ਵੀ ਸਟੋਰੀ ਨੂੰ ਪਹਿਲਾਂ ਪਬਲਿਸ਼ ਕਰਨ ਤੋਂ ਪਹਿਲਾਂ ਐਟਲੀਸਟ ਉਹਨਾਂ ਦੀ ਜਿਹੜੀ ਗ੍ਰਾਸ ਰੂਟ ਦੀ ਸਿਚੁਏਸ਼ਨ ਆ, ਉਸ ਸਿਚੁਏਸ਼ਨ ਤੋਂ ਅਸੀਂ ਜਾਣੂ ਹੋਈਏ, ਤਾਂ ਕਿ ਜੋ ਕਿ ਸੁਸਾਇਟੀ ਤੱਕ ਜਿਹੜਾ ਮੈਸੇਜ ਆ ਉਹ ਰੋਂਗ ਨਾ ਜਾਵੇ। ਹੁਣ ਜੀਆ ਨੂੰ ਮੈਂ ਜੀਆ ਪੜ੍ਹਨ ਲਈ ਤਿਆਰ ਹੈ, ਜੀਆ ਪੜ੍ਹਨ ਲਈ ਤਿਆਰ ਹੈ। ਪ੍ਰੋਬਲਮ ਕਿੱਥੇ ਹੈ ਕਿ ਕੋਈ ਅੱਗੇ ਬਾਂਹ ਫੜਨ ਵਾਲਾ ਨਹੀਂ ਮਿਲ ਰਿਹਾ, ਤੇ ਜੇ ਪੜ੍ਹਨ ਲਈ ਤਿਆਰ ਵੀ ਹੋ ਜਾਂਦੀ ਹੈ ਤੇ ਉਹਦਾ ਕਾਰਨ ਸਭ ਨਾਲੋਂ ਵੱਡਾ ਹੈ ਕਿ ਉਹਦੇ ਫੈਮਿਲੀ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮਸ ਨੇ ਜਿਸ ਪ੍ਰੋਬਲਮਸ ਕਰਕੇ ਉਹ ਸ਼ਾਇਦ ਸਟੱਡੀ ਨੂੰ ਕੰਟੀਨਿਊ ਨਹੀਂ ਕਰ ਪਾਏਗੀ। ਮੈਂ ਤੁਹਾਨੂੰ ਇੱਕ ਹੋਰ ਗੱਲ ਕਹਾਂਗਾ ਕਿ ਤੁਸੀਂ ਇੱਕ ਦਿਨ 'ਚ ਕਿੰਨਾ ਕੁ ਕਮਾ ਲੈਂਦੇ ਹੋ ਸੈਕਸ ਵਰਕ ਦੇ ਨਾਲ? ਇਹ ਇੱਕ ਪਰਸਨਲ ਕੁਐਸਚਨ ਹੈ, ਬਟ ਫਿਰ ਵੀ
ਹੈ ਨਾ। ਤੋ ਮੇਰੀ ਜਿਹੜੀ ਗੁਜ਼ਾਰਿਸ਼ ਹੈ ਤੁਹਾਨੂੰ ਕਿ ਕਿੰਨਾ ਕੁ ਤੁਸੀਂ ਕਮਾ ਲੈਂਦੇ ਹੋ ਜੀ? ਤੁਹਾਡੀ ਡੇਲੀ ਰੂਟੀਨ ਦੇ ਉਹ ਖਰਚੇ ਪੂਰੇ ਹੋ ਜਾਂਦੇ ਜਿਸ ਖਰਚੇ ਨੂੰ ਤੁਸੀਂ ਡਿਮਾਂਡ ਕਰਦੇ ਪਏ ਹੋ? ਹਫਤੇ 'ਚ ਸਿਰਫ 4 ਦਿਨ ਇੱਦਾਂ ਦੇ ਹੁੰਦੇ ਜਿਹਦੇ ਵਿੱਚ ਸਾਨੂੰ 1000 ਜਾਂ 1200 ਜਾਂ 1500 ਰੁਪਏ ਬਣ ਜਾਂਦਾ ਹੈ ਹਰ ਇੱਕ ਦਿਨ ਦੇ ਵਿੱਚ। ਅੱਛਾ। ਬਾਕੀ 3 ਦਿਨ ਜਾਂ 2 ਦਿਨ ਇੱਦਾਂ ਦੇ ਨਿਕਲਦੇ ਜਿਹਦੇ ਵਿੱਚ ਸਾਨੂੰ ਰੁਪਈਆ ਵੀ ਨਸੀਬ ਨਹੀਂ ਹੁੰਦਾ, ਯਾਨੀ ਕਿ ਸਾਨੂੰ ਬਹੁਤ ਧੱਕੇ ਖਾਣੇ ਪੈਂਦੇ ਤਾਂ ਜਾ ਕੇ ਸਾਡਾ ਕਿਤੇ 1800 ਰੁਪਏ ਬਣ ਜਾਂਦਾ। ਮੈਕਸਿਮਮ 1200 ਜਾਂ 1400 ਤੱਕ ਲਾਸਟ ਬਣ ਜਾਂਦਾ ਹੈ, ਉਹ ਵੀ ਕਿਤੇ ਕਿਤੇ ਬਣ ਜਾਂਦਾ, ਨਹੀਂ ਤਾਂ ਸਾਡਾ 500 ਜਾਂ 400 ਨੋਰਮਲੀ ਬਣ ਜਾਂਦਾ ਹੈ। ਤੇ ਉਹ 1200 ਦੇ ਵਿੱਚ ਕਿੰਨੇ ਕੁ ਬੰਦੇ ਮਿਲ ਜਾਂਦੇ ਹੋਣਗੇ ਤੁਹਾਨੂੰ? 1200 ਦੇ ਵਿੱਚ ਸਿਰਫ ਗਿਣਤੀ ਦੇ ਮੈਂ ਸਿਰਫ ਦੋ ਹਾਰਡਲੀ 3 ਕਸਟਮਰ ਦੋ ਜਾਂ ਤਿੰਨ ਬੰਦੇ ਜੀ, ਉਹ ਜਿਹੜੇ ਇਹਨਾਂ ਨੂੰ ਮਤਲਬ ਕਿ 1200 ਦੇ ਵਿੱਚ 4 ਦਿਨ ਇਹਨਾਂ ਦਾ ਕੰਮ ਚੱਲਦਾ ਹੈ ਤੇ 3 ਦਿਨ ਇਹ ਸ਼ਾਇਦ ਰੁਪਈਏ ਤੋਂ ਵੀ ਮੁਹਤਾਜ ਰਹਿੰਦੇ ਨੇ। ਫਿਰ ਮੇਰੀ ਇੱਕ ਹੋਰ ਸਵਾਲ ਆ ਤੁਹਾਨੂੰ ਕਿ ਲੋਕ ਤਾਂ ਵੰਨ ਸਵੰਨੇ ਆਉਂਦੇ ਨੇ ਕਿ ਕਦੇ ਮਤਲਬ ਤੁਸੀਂ ਰਾਤ ਨੂੰ ਇਹ ਕੰਮ ਕਰਦੇ ਹੋ ਜਾਂ ਦਿਨੇ ਜਦੋਂ ਵੀ ਇਹ ਕੰਮ ਕਰਦੇ ਹੋ, ਕਦੇ ਇੱਦਾਂ ਦੇ ਵੀ ਲੋਕ ਹੁੰਦੇ ਨੇ ਜਿਹੜੇ ਲੋਕ ਕਿ ਆ ਕੇ ਤੁਹਾਨੂੰ ਮਾਰਨ ਕੁੱਟਣ ਤੱਕ ਦੀ ਕੋਸ਼ਿਸ਼ ਕਰਦੇ ਹੋਣਗੇ? ਕਦੇ ਇੱਦਾਂ ਦਾ ਕੋਈ ਇੰਸੀਡੈਂਟ ਹੋਇਆ? ਬਹੁਤ ਵਾਰੀ ਹੋਇਆ ਇੱਦਾਂ। ਕਈਆਂ ਨੇ ਜਿੱਦਾਂ ਕਹਿ ਲਓ ਹੁਣ ਆਪਾਂ ਜਦੋਂ ਆਪਾਂ ਸੈਕਸ ਵਰਕ ਕਰਦੇ ਹੋਈਏ ਨਾ, ਤੇ ਹੁਣ ਕਈ ਮੌਕੇ ਅਸੀਂ ਹੁਣ ਕਿੱਦਾਂ ਸਮਝਾਇਆ ਜਾਵੇ, ਆਪਾਂ ਕਸਟਮਰ ਦਾ ਕੰਮ ਨਹੀਂ ਕਰਵਾ ਪਾਉਂਦੇ, ਪਰ ਉਹ ਕਸਟਮਰ ਫਿਰ ਬਾਅਦ 'ਚ ਟੁੱਟ ਕੇ ਪੈਂਦਾ ਸਾਨੂੰ ਕਿ ਵੀ ਤੁਸੀਂ ਸਾਡਾ ਕੰਮ ਨਹੀਂ ਕਰਵਾ, ਸਾਡੇ ਜਦੋਂ ਪੈਸੇ ਵਾਪਸ ਦਿਓ, ਤੁਸੀਂ ਪੈਸੇ ਨਾ ਵਾਪਸ ਦੇਈਏ ਫਿਰ ਸਾਨੂੰ ਮਾਰਨ ਨੂੰ ਪੈਂਦੇ ਨੇ। ਤਾਂ ਲੋਕਾਂ ਦੀ ਹਵਸ ਕਿੰਨੀ ਮਤਲਬ ਕਿੱਥੇ ਹੱਦ ਤੱਕ ਗਿਰ ਜਾਂਦੀ ਹੈ ਕਿ ਜੇ ਕਿਸੇ ਕਸਟਮਰ ਦਾ ਕੰਮ ਨਹੀਂ ਕਰਵਾ ਪਾਵੇ ਜਾਂ ਮਤਲਬ ਕਿ ਉਹਨਾਂ ਨੂੰ ਸੈਟੀਸਫਾਈਡ ਨਹੀਂ ਕਰ ਰਹੇ, ਸੈਕਸ਼ੂਅਲ ਪਲੇਅਰ ਨਹੀਂ ਦੇ ਰਹੇ, ਤੇ ਇਹਨਾਂ ਨੂੰ ਉਹ ਪੈਸੇ ਵਾਪਸ ਕਰਨੇ ਪੈ ਰਹੇ ਨੇ। ਕੀ ਮਤਲਬ ਮੈਨੂੰ ਨਹੀਂ ਸਮਝ ਲੱਗ ਰਹੀ ਕਿ ਆਪਾਂ ਕਿੱਥੇ ਵਿਚਰਦੇ ਕਿੱਥੇ ਨਹੀਂ ਵਿਚਰਦੇ, ਜਿੱਥੇ ਕਿ ਭਾਰਤ ਦੀ ਸਰਕਾਰ ਨੇ ਸੈਕਸ ਵਰਕ ਨੂੰ ਇੱਕ ਵਰਕ ਕਹਿ ਦਿੱਤਾ ਆ, ਸੈਕਸ ਵਰਕ ਇਜ਼ ਏ ਵਰਕ, ਉੱਥੇ ਹੀ ਸਾਡੇ ਹੀ ਕੁਛ ਮੇਰੇ ਭੈਣ ਭਰਾ ਨੇ ਜਿਹੜੇ ਕਿ ਪੱਤਰਕਾਰਤਾ ਨਾਲ ਜੁੜੇ ਹੋਏ ਨੇ, ਉਹ ਰੈੱਡ ਲਾਈਟ ਏਰੀਆ ਜਾਂ ਕੁਛ ਇੱਦਾਂ ਦੇ ਟਰਮ ਯੂਜ਼ ਕਰਕੇ ਕਿ ਮਤਲਬ ਕਿ ਗਲਤ ਕਰ ਰਹੇ ਨੇ, ਇਹ ਕਰ ਰਹੇ ਨੇ, ਉਹ ਕਰ ਰਹੇ। ਹਾਂ, ਖੁੱਲ੍ਹੇ 'ਚ ਕਰਨਾ ਸ਼ਾਇਦ ਅਪਰਾਧ ਹੈ, ਸ਼ਾਇਦ ਨਹੀਂ ਹੈ ਇਹ ਅਪਰਾਧ, ਖੁੱਲ੍ਹੇ ਵਿੱਚ ਤਾਂ ਕੋਈ ਅਜਿਹਾ ਕੰਮ ਕਰਨਾ ਅਪਰਾਧ ਹੈ, ਬਟ ਸੈਕਸ ਵਰਕਰ ਦੀ ਵੀ ਇੱਕ ਆਪਣੀ ਲਾਈਫ ਹੈ। ਪਲੀਜ਼ ਉਹਨਾਂ ਦਾ ਜਿਹੜਾ ਪੋਜ਼ੀਟਿਵ ਨੋਟ ਨੂੰ ਵੀ ਸਾਹਮਣੇ ਮਤਲਬ ਵੀ ਮੀਡੀਆ ਦੇ ਲਿਆਂਦਾ ਜਾਵੇ। ਤੇ ਸਾਡੇ ਇਹੀ ਐਫਰਟ ਸੀ ਕਿ ਅਸੀਂ ਜੀਆ ਨੂੰ ਅਪਰੋਚ ਕੀਤਾ, ਜੀਆ ਨੂੰ ਅਸੀਂ ਮਿਲੇ, ਰਾਤ ਨੂੰ ਅਸੀਂ ਮਿਲੇ ਜੀਆ ਨੂੰ, ਉਹਦੇ ਜਿੱਥੇ ਵੀ ਉਹਦਾ ਸੀਗਾ ਏਰੀਆ, ਮੈਂ ਏਰੀਆ ਦਾ ਨਾਮ ਨਹੀਂ ਡਿਸਕਲੋਜ਼ ਕਰਾਂਗਾ, ਤੇ ਜੀਆ ਨੂੰ ਅਸੀਂ ਅਪਰੋਚ ਕੀਤਾ ਤੇ ਜੀਆ ਸਾਡੇ ਰੂਬਰੂ ਹੈ। ਤੇ ਜੀਆ, ਮੇਰਾ ਇੱਕ ਤੁਹਾਡੇ ਨਾਲ ਇੱਕ ਹੋਰ ਨਿੱਜੀ ਸਵਾਲ ਹੈ ਕਿ ਜਿਵੇਂ ਕਿ ਹਰ ਇੱਕ ਟਰਾਂਸ ਵੂਮੈਨ ਹੈ, ਜਿੱਦਾਂ ਤੁਸੀਂ ਤੀਜੀ ਵੂਮੈਨ ਹੈ, ਕੋਈ ਤੁਹਾਡੀਆਂ ਜਿਹੜੀਆਂ ਫੀਲਿੰਗਸ ਆ ਉਹਨੂੰ ਮੈਂ ਰਿਸਪੈਕਟ ਕਰਦਾ ਕਿ ਫੀਲਿੰਗਸ ਇੱਕ ਫੀਮੇਲ ਵਾਲੀਆਂ ਹੈ, ਤੇ ਕੀ ਤੁਹਾਨੂੰ ਕਦੇ ਪਿਆਰ ਨਾਮ ਦੀ ਇੱਕ ਰਮਜ਼ ਹੈ ਪੂਰੇ ਸਮਾਜ ਦੇ ਵਿੱਚ ਕਿ ਪਿਆਰ ਹੈ ਨਾ ਸਭ ਨੂੰ ਹੁੰਦਾ ਹੈ ਤੇ ਸਭ ਨੂੰ ਹੋਣਾ ਚਾਹੀਦਾ, ਕਿ ਤੁਹਾਨੂੰ ਕਦੇ ਕਿਸੇ ਨੇ ਮਤਲਬ ਕੋਈ ਮੇਲ ਜਾਂ ਕਿਸੇ ਕੁਛ ਇਸ ਤਰ੍ਹਾਂ ਦਾ ਕੋਈ ਪਾਰਟਨਰ ਪੱਕਾ ਨਹੀਂ ਮਿਲਿਆ ਕਿ ਜਿਹਨੇ ਤੁਹਾਨੂੰ ਕਿਹਾ ਕਿ ਤੁਸੀਂ ਜੀਆ ਸੈਕਸ ਵਰਕ ਨਾ ਕਰੋ ਤੇ ਮੈਂ ਤੁਹਾਡਾ ਸਾਥ ਦੇਣਾ, ਅਸੀਂ ਰਲ ਮਿਲ ਕੇ ਕੋਈ ਕੰਮ ਸ਼ੁਰੂ ਕਰੀਏ? ਜੀ, ਸਵਾਲ ਇਹ ਵੀ ਬਹੁਤ ਅੱਛਾ ਪੁੱਛਿਆ, ਇਹਦਾ ਵੀ ਜਵਾਬ ਮੈਂ ਬਹੁਤ ਅੱਛੇ ਤਰੀਕੇ ਦਊਂ। ਹਾਂ, ਲਾਈਫ ਦੇ ਵਿੱਚ ਕੁਛ ਇੱਦਾਂ ਦੇ ਮੋੜ ਵੀ ਆਏ ਜਿਹਦੇ ਵਿੱਚ ਮੈਨੂੰ ਇੱਦਾਂ ਦੇ ਅੱਛੇ ਪਰਸਨਸ ਮਿਲੇ ਹਾਂ ਵੀ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ, ਬਟ ਉਹ ਸਿਰਫ ਗੱਲਾਂ ਦੇ ਹੀ ਪੀਰ ਹੁੰਦੇ ਸੀ, ਯਾਨੀ ਕਿ ਸਿਰਫ ਗੱਲ ਕਰਦੇ ਸੀਗੇ ਔਰ ਗੱਲ ਕਰਕੇ ਬਸ ਇਹ ਕਹੋਗੇ ਕਿ ਹਾਂ ਵੀ ਅਸੀਂ ਤੁਹਾਡੇ ਨਾਲ ਆ। ਫਿਰ ਜਦੋਂ ਉਹਨਾਂ ਨੂੰ ਪਤਾ ਕਿ ਅਸੀਂ ਸੈਕਸ ਵਰਕ ਕਰਕੇ ਆਪਾਂ ਜ਼ਿਆਦਾ ਕਮਾਈ ਕਰ ਰਹੇ, ਫਿਰ ਉਹਨਾਂ ਨੂੰ ਮੋਹ ਪੈ ਜਾਂਦਾ ਕਿ ਹਾਂ ਵੀ ਸਾਡੀ ਫਰੈਂਡ ਆ ਕਿ ਪੈਸੇ ਕਮਾ ਰਹੀ ਆ, ਕਿ ਉਹ ਪੈਸੇ ਸਾਨੂੰ ਖਵਾ ਰਹੀ, ਫਿਰ ਉਹਨਾਂ ਨੂੰ ਮੋਹ ਪੈ ਜਾਂਦਾ ਕਿ ਬਾਅਦ ਵਿੱਚ ਉਹ ਸਾਨੂੰ ਉਸ ਤੋਂ ਜ਼ਿਆਦਾ ਡਬਲ ਮਿਹਨਤ ਕਰਨ ਨੂੰ ਕਹਿੰਦੇ ਕਿ ਹਾਂ ਵੀ ਤੁਸੀਂ ਮਿਹਨਤ ਕਰ ਜੋ, ਸਾਨੂੰ ਪੈਸਾ ਖਵਾਏ ਜੋ, ਉਹਨਾਂ ਨੂੰ ਮੋਹ ਪੈ ਜਾਂਦਾ ਪੈਸਿਆਂ ਦਾ। ਸੋ ਇਸੇ ਕਰਕੇ ਮੈਂ ਕਦੀ ਵੀ ਪਿਆਰ ਦੇ ਚੱਕਰ 'ਚ ਨਹੀਂ ਪਿਆ। ਹਾਂ, ਜਦੋਂ ਮੈਂ ਸੈਕਸ ਵਰਕਰ ਨਹੀਂ ਸੀ ਉਦੋਂ ਮੇਰੀ ਲਾਈਫ ਦੇ ਵਿੱਚ ਬਹੁਤ ਅੱਛਾ ਮੋੜ ਆਇਆ ਸੀਗਾ ਔਰ ਮੇਰੀ ਲਾਈਫ ਦੇ ਵਿੱਚ ਬਹੁਤ ਅੱਛੇ ਦਿਨ ਚੱਲਦੇ ਸੀਗੇ। ਤੋ ਸੈਕਸ ਵਰਕ ਦੀ ਮਤਲਬ ਕਿ ਜੇ ਪੈਸਾ ਜ਼ਿਆਦਾ ਆ ਤੇ ਬਟ ਆਪਣੇ ਸਰੀਰ ਨੂੰ ਦੁੱਖ ਵੀ ਤਾਂ ਹੈਗਾ ਜੀ, ਸਰੀਰ ਨੂੰ ਦੁੱਖ ਵੀ ਤਾਂ ਹੈ। ਤੇ ਮਤਲਬ ਜੇ ਲੋਕ ਜੇ ਆਪਾਂ ਯੁਵਾ ਪੀੜ੍ਹੀ ਦਾ ਹਾਲ ਦੇਖ ਲਈਏ ਕਿ ਜਿਹੜੇ ਪਿਆਰ ਦਾ ਝਾਂਸਾ ਵੇਖ ਕੇ ਇਹਨਾਂ ਨੂੰ ਲੁੱਟ ਕੁੱਟ ਖਾਂਦੇ ਰਹੇ, ਤੇ ਅੱਛਾ ਕੀ ਮਤਲਬ ਮੈਂ ਇਹ ਵੀ ਦੇਖਦਾ ਕਿ ਜਿਹੜੇ ਕੁਛ ਕੇਸਿਸ ਜਿਹੜੇ ਸਾਡੇ ਸ਼ਾਨ ਫਾਊਂਡੇਸ਼ਨ 'ਚ ਵੀ ਮੇਰੇ ਕੋਲ ਆਉਂਦੇ ਆ ਕਿ ਉਹ ਰਿਪੋਰਟ ਨਹੀਂ ਹੋ ਪਾਉਂਦੇ ਕਿਉਂਕਿ ਕਿਸੇ ਨਾ ਕਿਤੇ ਸ਼ਾਇਦ ਕਮਿਊਨਿਟੀ ਜਿਹੜਾ ਟਰਾਂਸਜੈਂਡਰ ਕਮਿਊਨਿਟੀ ਆਪਣੇ ਆਪ ਨੂੰ ਉਹ ਕਹਿੰਦੀ ਹੈ ਕਿ ਮੈਂ ਔਰਤ ਹਾਂ, ਔਰਤ ਕੰਸੀਡਰ ਕਰਦੀ ਆ, ਤੇ ਜੇ ਉਹਦਾ ਪਾਰਟਨਰ ਜਿਹੜਾ ਉਹਨੂੰ ਮਾਰਦਾ ਕੁੱਟਦਾ ਆ ਤੇ ਉਹ ਉਸ ਚੀਜ਼ ਨੂੰ ਰਿਪੋਰਟ ਨਹੀਂ ਕਰਦੀ, ਉਹਨੂੰ ਸਮਝਦੀ ਸ਼ਾਇਦ ਮੇਰਾ ਇਹ ਧਰਮ ਆ ਕਿਉਂਕਿ ਮਾਰ ਖਾਣਾ। ਕੀ ਤੁਹਾਨੂੰ ਕਦੇ ਤੁਹਾਡੇ ਪਾਰਟਨਰ ਨੇ ਜਿਹੜੇ ਤੁਸੀਂ ਰੱਖਿਆ ਸੀ ਜਾਂ ਕੋਈ ਵੀ ਸੀ ਉਹਨੇ ਕਦੀ ਮਾਰ ਕੁਟਾਈ ਕੀਤੀ ਹੋਵੇ, ਜਾਂ ਜਿਹੜੇ ਹੁਣ ਤੁਹਾਨੂੰ ਗੱਲਾਂ ਦੇ ਪੀਰ ਮਿਲੇ ਸੀ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਤੁਹਾਡੇ ਨਾਲ ਆ ਪਰ ਬਾਅਦ 'ਚ ਤੁਹਾਨੂੰ ਦੋਹਰੀ ਮਿਹਨਤ ਕਰਨ ਲਈ ਕਹਿੰਦੇ ਸੀ, ਕਿ ਉਹਨਾਂ ਨੇ ਤੁਹਾਨੂੰ ਕਦੇ ਇੱਦਾਂ ਦਾ ਮਤਲਬ ਮਾਰ ਕੁਟਾਈ ਕੀਤੀ ਹੋਵੇ ਤੇ ਤੁਹਾਡਾ ਦਿਲ ਕਰੇ ਕਿ ਨਹੀਂ ਬਸ ਮਤਲਬ ਕਿ ਮੇਰੀ ਕੀ ਲਾਈਫ ਆ, ਕੁਛ ਇੱਦਾਂ ਦਾ ਕੁਛ ਸੀਨ ਹੋਵੇ ਜਿਹੜਾ ਇੰਸੀਡੈਂਟ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੀ ਆਡੀਅנס ਦੇ ਨਾਲ? ਬਟ ਇੱਦਾਂ ਦਾ ਚਲੋ ਪੈਸੇ ਕਾਫੀ ਸਾਡੇ ਕੋਲ ਮਤਲਬ ਖਾਂਦੇ ਸੀਗੇ, ਜਿੰਨਾ ਮਤਲਬ ਇੱਕ ਵਾਰੀ ਸਾਡੀ ਲਾਈਫ ਦੇ ਵਿੱਚ ਕਈ ਵਾਰੀ ਚਾਂਸ ਹੋਇਆ ਕਿ ਸਾਡੀ ਲਾਈਫ 'ਚ ਮੁੰਡੇ ਆ ਕੇ ਸਾਨੂੰ ਮਤਲਬ ਕਹਿੰਦੇ ਕਿ ਸਾਨੂੰ ਦੁੱਗਣੀ ਮਿਹਨਤ ਕਰੋ, ਸਾਨੂੰ ਖਵਾਓ ਪਿਲਾਓ, ਬਟ ਜੇ ਕਦੇ ਹੱਥ ਚੱਕਣ ਦੀ ਗੱਲ ਹੁੰਦੀ ਸੀ ਫਿਰ ਹੱਥ ਚੱਕਣ ਦੇ ਅਸੀਂ ਆਪ ਉਹਨਾਂ ਦੀ
ਆਵਾਜ਼ ਚੱਕਦੇ ਸੀ ਕਿ ਹਾਂ ਵੀ ਸਾਡੇ ਤੇ ਤੂੰ ਹੱਥ ਨਹੀਂ ਚੱਕ ਸਕਦਾ। ਕਿਉਂ? ਕਿਉਂਕਿ ਅਸੀਂ ਤੁਹਾਡਾ ਲੈ ਕੇ ਨਹੀਂ ਖਾਂਦੇ, ਖੁਦ ਅਸੀਂ ਆਪਣਾ ਆਪ ਕਮਾਉਂਦੇ, ਅਸੀਂ ਆਪਣਾ ਜਿਸਮ ਵੇਚ ਕੇ ਖਾਂਦੇ, ਠੀਕ ਹੈ ਕਿ ਨਹੀਂ? ਅਸੀਂ ਆਪਣੀ ਮਿਹਨਤ ਦੀ ਕਮਾਈ ਖਾਂਦੇ, ਅਸੀਂ ਤੁਹਾਡਾ ਲੈ ਕੇ ਨਹੀਂ ਖਾਂਦੇ। ਸੋ ਕਦੀ ਜਦੋਂ ਹੱਥ ਚੱਕਣ ਦੀ ਕੋਸ਼ਿਸ਼ ਕਰਦੇ ਸੀ, ਸੋ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਸੀ ਕਿ ਹਾਂਜੀ ਤੁਸੀਂ ਆਪਣੇ ਘਰਾਂ ਨੂੰ ਜਾਓ, ਅਸੀਂ ਆਪਣੇ ਘਰਾਂ ਨੂੰ ਸਹੀ ਹੈ। ਤੋ ਜਿਵੇਂ ਜੀਆ ਮਤਲਬ ਕਿ ਮੈਂ ਬੜੀ ਕਲੋਜ਼ਲੀ ਤੁਹਾਡੀ ਲਾਈਫ ਦੇਖੀ ਆ, ਮੈਂ ਮਤਲਬ ਰੋਡ ਸਾਈਡ ਤੇ ਜਾ ਕੇ ਤੁਹਾਡੇ ਰੂਮ ਤੇ ਜਾ ਕੇ ਬੜੀ ਕਲੋਜ਼ਲੀ ਤੁਹਾਡੀ ਲਾਈਫ ਦੇਖੀ ਆ, ਮੈਂ ਤੁਹਾਡੀ ਉਸ ਲਾਈਫ ਨੂੰ ਬੜੇ ਚੰਗੀ ਤਰ੍ਹਾਂ ਵਾਕਿਫ ਹਾਂ। ਪਰ ਮੈਂ ਮਤਲਬ ਲੋਕਾਂ ਅੱਗੇ ਇਹ ਅਪੀਲ ਕਰਾਂਗਾ, ਪਲੀਜ਼ ਮਤਲਬ ਅਗਰ ਅਸੀਂ ਐਕਸੈਪਟ ਨਹੀਂ ਕਰ ਸਕਦੇ ਤਾਂ ਅਸੀਂ ਡਿਸਰਿਸਪੈਕਟ ਵੀ ਨਾ ਕਰੀਏ, ਕਿਉਂਕਿ ਪਰਮਾਤਮਾ ਦੀ ਬਣਾਈ ਹਰ ਇੱਕ ਚੀਜ਼ ਨੂੰ ਜੇ ਆਪਾਂ ਮੰਨੀਏ ਤਾਂ ਇਹ ਵੀ ਪਰਮਾਤਮਾ ਦੀ ਬਣਾਈ ਹੋਈ ਇੱਕ ਇਨਸਾਨੀ ਜਾਮਾ ਹੈ। ਅਤੇ ਜੇ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਡਿਸਰਿਸਪੈਕਟ ਕਰਦੇ ਪਏ ਹਾਂ ਤਾਂ ਅਸੀਂ ਡਿਸਰਿਸਪੈਕਟ ਇਹਨਾਂ ਨੂੰ ਨਹੀਂ, ਸ਼ਾਇਦ ਉਸ ਪਰਮਾਤਮਾ ਨੂੰ ਕਰਦੇ ਪਏ ਹਾਂ। ਕਿਉਂਕਿ ਮੈਂ ਹਮੇਸ਼ਾ ਜਿੰਨੇ ਵੀ ਮੇਰੇ ਕੋਲ ਕਾਉਂਸਲਿੰਗ ਦੇ ਸੈਸ਼ਨਸ ਆਉਂਦੇ ਨੇ ਜਾਂ ਕੋਈ ਲੋਕ ਆਉਂਦੇ ਨੇ, ਮੈਂ ਉਹਨਾਂ ਨੂੰ ਹਮੇਸ਼ਾ ਹੀ ਕਹਿਣਾ, ਜੀਵਨ ਇੱਕ ਗੁੰਝਲਦਾਰ ਬੁਝਾਰਤ, ਇਸ ਦੇ ਪੰਥ ਅਨੋਖੇ ਨੇ, ਕਦਮ ਕਦਮ 'ਤੇ ਧੋਖੇ ਮਿਲਦੇ, ਪੈਰ ਪੈਰ 'ਤੇ ਧੋਖੇ ਨੇ। ਅਤੇ ਜੀਆ ਨੇ ਆਪਣੀ ਕਹਾਣੀ ਤੁਹਾਨੂੰ ਦੱਸੀ ਕਿ ਜੀਆ ਇੱਕ ਸੈਕਸ ਵਰਕਰ ਹੈ ਅਤੇ ਜੀਆ ਕੰਮਕਾਰ ਕਰ ਰਹੀ ਹੈ, ਸੈਕਸ ਵਰਕ ਕਰਕੇ ਆਪਣਾ ਪਾਲਣ ਕਰ ਰਹੀ ਹੈ, ਆਪਣੇ ਪਰਿਵਾਰ ਦੀ ਰੁਜ਼ਗਾਰ ਦਾ ਪਾਲਣ ਕਰ ਰਹੀ। ਪਰ ਜੀਆ ਨੂੰ ਮੈਂ ਅੱਜ ਇੱਕ ਗੱਲ ਰਿਕੁਐਸਟ ਕਰਾਂਗਾ ਕਿ ਜੀਆ, ਅਗਰ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਸ਼ਾਨ ਫਾਊਂਡੇਸ਼ਨ ਦੇ ਦਰਵਾਜ਼ੇ ਖੁੱਲ੍ਹੇ ਨੇ, ਅਤੇ ਅਸੀਂ ਜੀ ਤੁਹਾਨੂੰ ਕੋਈ ਹੈਲਪ ਦੀ, ਕਿਸੇ ਪੜ੍ਹਾਈ ਦੇ ਕਿਸਮ ਦੀ, ਕਿਸੇ ਕਿਸਮ ਦੀ ਵੀ ਹੈਲਪ ਦੀ ਲੋੜ ਹੋਵੇ ਤਾਂ ਵੀ ਆਰ ਹੇਅਰ ਵਿਦ ਯੂ। ਅਤੇ ਜਿਹੜਾ ਮੇਰਾ ਮੀਡੀਆ ਸੁਣਦਾ ਹੋਵੇ ਜਾਂ ਕੁਛ ਸੁਣਦਾ ਹੋਵੇ, ਜੀਆ ਵੀ ਇੱਕ ਅੱਛੀ ਲਾਈਫ ਜੀਣਾ ਚਾਹੁੰਦੀ। ਜੀਆ, ਤੁਸੀਂ ਇਸ ਸੈਕਸ ਵਰਕ ਨੂੰ ਛੱਡਣਾ ਚਾਹੁੰਦੇ ਹੋ? ਜੀ ਮੈਂ ਬਿਲਕੁਲ ਛੱਡਣਾ ਚਾਹੁੰਦੀ ਹਾਂ। ਮੈਂ ਬਹੁਤ ਅੱਛੇ ਤਰੀਕੇ ਔਰ ਕਹਿ ਲਓ ਜਿੱਦਾਂ ਵਧੀਆ ਲਾਈਫ ਜੀਣਾ ਚਾਹੁੰਦੀ ਹਾਂ, ਜਿਹਦੇ ਵਿੱਚ ਇੱਜ਼ਤ ਹੋਵੇ, ਪਿਆਰ ਹੋਵੇ, ਮੁਹੱਬਤ ਹੋਵੇ। ਬਸ ਬੇਇੱਜ਼ਤੀ ਸਹਿ ਕੇ ਅੱਕ ਗਏ ਹੋਏ ਆ ਸਾਨੂੰ। ਤੋ ਜੀਆ ਨੇ ਜਿਵੇਂ ਦੱਸਿਆ ਕਿ ਬੇਇੱਜ਼ਤੀ ਸਹਿ ਕੇ ਅੱਕ ਗਏ ਆ। ਲੋਕਾਂ ਦੀ ਕਈ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਹਾਂ ਇਹ ਛੱਕਾ ਜਾ ਰਿਹਾ, ਇਹ ਜਿਹੜਾ ਜਾ ਰਿਹਾ। ਹੁਣ ਮੈਂ ਕਈ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਸਾਨੂੰ ਕੀ ਕੁਝ ਬੋਲਿਆ ਜਾਂਦਾ, ਬਸ ਇੰਨਾ ਕਹਾਂਗੇ ਸਾਨੂੰ ਇੰਨਾ ਕੁ ਜ਼ਿਆਦਾ ਰੋਂਗ ਬੋਲਿਆ ਜਾਂਦਾ ਹੈ ਕਿ ਅਸੀਂ ਚੁੱਪ ਕਰ ਜਾਂਦੇ ਹਾਂ। ਮਤਲਬ ਜਿਹੜਾ ਨਾਮ ਇਹਨਾਂ ਦਾ ਰੱਖਿਆ ਗਿਆ, ਸ਼ਾਇਦ ਉਸ ਨਾਮ ਤੋਂ ਲੋਕ ਵਾਕਫ ਨਹੀਂ ਨੇ, ਪਰ ਜਿਹੜੇ ਨਾਮ ਲੋਕਾਂ ਨੇ ਦਿੱਤੇ ਆ ਉਹ ਨਾਮ ਇਹਨਾਂ ਦੇ ਦਿਲ 'ਚ ਘਰ ਕਰ ਗਏ ਨੇ। ਜੀਆ ਨੂੰ ਮਤਲਬ ਪੋਜ਼ੀਟਿਵ ਰਿਸਪੌਂਸ ਮੈਂ ਇਹੀ ਕਹੂੰਗਾ ਕਿ ਜੀਆ ਵਰਗੀਆਂ ਹੋਰ ਬੜੀਆਂ ਨੇ। ਜੀਆ ਤਾਂ ਇੱਕ ਸਟੋਰੀ, ਮੈਂ ਜੀਆ ਦੀ ਹਿੰਮਤ ਨੂੰ ਦਾਦ ਦੇਵਾਂਗਾ ਕਿ ਜਿਹੜੀ ਮੀਡੀਆ ਸਾਹਮਣੇ ਆ ਕੇ ਜਾਂ ਕੈਮਰੇ ਸਾਹਮਣੇ ਆ ਕੇ ਫਰੰਟ 'ਤੇ ਬੋਲਦੀ ਪਈ ਹੈ, ਅਤੇ ਉਹਦੀ ਹਿੰਮਤ ਨੂੰ ਵੀ ਦਾਦ ਹੈ, ਉਹਦੀ ਬਹਾਦਰੀ ਨੂੰ ਵੀ ਦਾਦ ਹੈ। ਪਰ ਜੇ ਜੀਆ ਚੇਂਜ ਹੋਣਾ ਚਾਹੁੰਦੀ ਹੈ ਤਾਂ ਚੇਂਜ ਹੋਰ ਕਈ ਹੋਣਾ ਚਾਹੁੰਦੀਆਂ ਨੇ, ਅਤੇ ਉਹਨਾਂ ਦੀ ਹਿੰਮਤ ਲਈ ਅੱਗੇ ਵਧੋ, ਕੋਈ ਹੱਥ ਵਧਾਓ। ਜਿੱਥੇ ਅਸੀਂ ਇੰਨਾ ਕੁਝ ਸਮਾਜ ਦੀ ਭਲਾਈ ਲਈ ਕਰਦੇ ਹਾਂ ਅਤੇ ਇਹ ਤਬਕਾ ਭਲਾਈ ਤੋਂ ਦੂਰ ਕਿਉਂ? ਜੀਆ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਇਹ ਮੌਕਾ ਦਿੱਤਾ। ਐਕਚੁਅਲ ਦੇ ਵਿੱਚ ਆਈ ਫੀਲ ਵੈਰੀ ਬਲੈਸਡ ਕਿ ਮੈਂ ਪਰਮਾਤਮਾ ਨੇ ਮੈਨੂੰ ਇੱਕ ਆਵਾਜ਼ ਦਿੱਤੀ ਹੈ ਜਿਹਦੇ ਕਰਕੇ ਕਿ ਤੁਹਾਡੀ ਆਵਾਜ਼। ਅਤੇ ਵਨਸ ਅਗੇਨ ਥੈਂਕਸ ਟੂ ਅਮਿਤ ਜੀ ਅਤੇ ਹੋਟ ਨਿਊਜ਼ ਇੰਡੀਆ ਚੈਨਲ ਦਾ, ਜਿਨ੍ਹਾਂ ਨੇ ਮਤਲਬ ਕਿ ਇੱਕ ਐਫਰਟ ਸ਼ੁਰੂ ਕੀਤਾ ਜਿਹਦੇ ਵਿੱਚ ਕਿ ਅਣਸੁਣੀਆਂ ਆਵਾਜ਼ਾਂ ਜਿਹੜੀਆਂ ਕਿ ਸਮਾਜ ਤੱਕ ਪਹੁੰਚਾਈਆਂ ਜਾਂਦੀਆਂ। ਤੁਹਾਨੂੰ ਇਹ ਐਪੀਸੋਡ ਕਿਵੇਂ ਦਾ ਲੱਗਾ, ਕੀ ਲੱਗਾ? ਕਿਉਂਕਿ ਮੇਰੇ ਕੋਲ ਜ਼ਿਆਦਾ ਸਵਾਲ ਨਹੀਂ ਹੈ, ਕਿਉਂਕਿ ਜੀਆ ਦੇ ਅਜਿਹੇ ਪ੍ਰਸ਼ਨਾਂ ਦਾ ਉੱਤਰ ਸੁਣ ਕੇ ਮੈਂ ਖੁਦ ਨਿਰੁੱਤਰ ਹੋ ਚੁੱਕੇ ਹਾਂ, ਆਈ ਐਮ ਸਪੀਚਲੈਸ। ਅਤੇ ਮੇਰੇ ਕੋਲ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਹੈ ਕਿ ਉਹਨੂੰ ਮੈਂ ਕਿਵੇਂ ਕਹਾਂ ਕਿ ਤੂੰ ਇਹ ਕਰ ਜਾਂ ਨਾ ਕਰ। ਪਰ ਅਸੀਂ ਜੀਆ ਵਰਗੀਆਂ ਹੋਰ ਬਣਨ ਤੋਂ ਰੋਕ ਸਕਦੇ ਹਾਂ। ਅਤੇ ਜੀਆ ਵਰਗੀ ਨੂੰ ਜੇ ਉਹ ਸੁਧਰਨਾ ਚਾਹੁੰਦੀ, ਸੁਧਰਨਾ ਇਨ ਦਾ ਸੈਂਸ ਇੱਥੇ ਕੋਈ ਮੇਰੀ ਕਿਸੇ ਗੱਲ ਨੂੰ ਗਲਤ ਨਾ ਲਵੇ, ਸੁਧਰਨਾ ਇਨ ਦਾ ਸੈਂਸ ਕਿ ਉਹ ਜੇ ਆਪਣੇ ਕਿੱਤੇ ਨੂੰ ਚੇਂਜ ਕਰਨਾ ਚਾਹੁੰਦੀ ਹੈ ਅਤੇ ਉਹਦੀ ਮਦਦ ਕੀਤੀ ਜਾਵੇ। ਜੇ ਪੜ੍ਹਨਾ ਚਾਹੁੰਦੀ ਤਾਂ ਪੜ੍ਹ, ਅਤੇ ਪੜ੍ਹਾਈ ਲਈ ਮਦਦ ਕੀਤੀ ਜਾਵੇ। ਅਤੇ ਇਹਨਾਂ ਗੱਲਾਂ ਦੇ ਨਾਲ ਹੀ ਜ਼ਿਆਦਾ ਕੁਝ ਨਹੀਂ ਬੋਲਾਂਗਾ। ਅਨਹਰਡ ਵੌਇਸਿਸ ਦੇ ਵਿੱਚ ਹੋਰ ਕਿਸੇ ਨਵੀਂ ਸ਼ਖਸੀਅਤ ਨਾਲ, ਇੱਕ ਸਕਸੈਸ ਸਟੋਰੀ ਨਾਲ ਜਲਦ ਹੀ ਤੁਹਾਡੇ ਅੱਗੇ ਰੂਬਰੂ ਹੋਵਾਂਗੇ। ਧੰਨਵਾਦ।